Dear students, good morning to all of you. ਅੱਜ ਦਾ ਆਪਣਾ ਟੌਪਿਕ ਹੈ ਬੇਟਾ ਫਿਜ਼ੀਕਲ ਫਿਟਨੈਸ। ਫਿਜ਼ੀਕਲ ਫਿਟਨੈਸ ਦੀ ਡੈਫੀਨੇਸ਼ਨ ਤੇ ਮੀਨਿੰਗ ਆਪਾਂ ਕੱਲ ਕਰ ਲਿਆ ਸੀ। ਅੱਜ ਆਪਾਂ ਇਹਦੇ ਕਰਨੇ ਨੇ ਕੰਪੋਨੈਂਟਸ ਆਫ ਫਿਜ਼ੀਕਲ ਫਿਟਨੈਸ। ਕੰਪੋਨੈਂਟਸ ਆਫ ਫਿਜ਼ੀਕਲ ਫਿਟਨੈਸ ਕਿਹੜੇ ਨੇ? ਇਹਦੇ ਵਿੱਚ 5 ਅੰਗ ਨੇ ਫਿਜ਼ੀਕਲ ਫਿਟਨੈਸ ਦੇ, ਜਿਹਨੂੰ ਅਸੀਂ ਕੰਪੋਨੈਂਟਸ ਆਖਦੇ ਹਾਂ। ਸਟਰੈਂਥ, ਸਪੀਡ, ਫਲੈਕਸੀਬਿਲਿਟੀ, ਕੋਆਰਡੀਨੇਸ਼ਨ ਤੇ ਇੰਡੋਰੈਂਸ। ਇਹਦੇ ਜਿਹੜੇ 5 ਕੰਪੋਨੈਂਟਸ ਨੇ। ਫਸਟ ਆਪਾਂ ਕਰ ਰਹੇ ਨੇ ਸਟਰੈਂਥ, ਮਤਲਬ ਤਾਕਤ। ਤਾਕਤ ਕੀ ਹੈ? ਤਾਕਤ ਕਿਸੇ ਪ੍ਰਤੀਰੋਧ ਦੇ ਵਿਰੁੱਧ ਕੀਤੇ ਗਏ ਕੰਮ ਨੂੰ ਤਾਕਤ ਕਹਿੰਦੇ ਹਨ। ਤਾਕਤ ਸਰੀਰ ਦੀਆਂ ਮਾਸਪੇਸ਼ੀਆਂ ਦੁਆਰਾ ਪੈਦਾ ਕੀਤੀ ਜਾਂਦੀ ਹੈ ਜਾਂ ਮਾਸਪੇਸ਼ੀਆਂ ਦੀ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਤਾਕਤ ਕਿਹਾ ਜਾਂਦਾ ਹੈ। ਮਾਸਪੇਸ਼ੀਆਂ ਮਤਲਬ ਮਸਲਸ। ਸਰੀਰਕ ਯੋਗਤਾ ਦੇ ਸਾਰੇ ਅੰਗ ਤਾਕਤ ਉੱਪਰ ਨਿਰਭਰ ਕਰਦੇ ਹਨ। ਸਾਡੇ ਜਿਹੜੇ ਬਾਡੀ ਦੇ ਸਾਰੇ ਆਰਗਨਸ ਨੇ ਉਹ ਕਾਹਦੇ 'ਤੇ ਨਿਰਭਰ ਕਰਦੇ ਨੇ? ਤਾਕਤ ਉੱਪਰ। ਤਾਕਤ ਹੈ ਜਿਹੜੀ ਸਟਰੈਂਥ ਹੈ ਉਹ ਅੱਗੋਂ 3 ਪ੍ਰਕਾਰ ਦੀ ਹੈ, 3 ਟਾਈਪਸ ਨੇ ਸਟਰੈਂਥ ਦੀਆਂ। ਸਟਰੈਂਥ ਇੰਡੋਰੈਂਸ, ਮੈਕਸੀਮਮ ਸਟਰੈਂਥ ਤੇ ਐਕਸਪਲੋਸਿਵ ਸਟਰੈਂਥ। ਫਸਟ ਹੈ ਸਟਰੈਂਥ ਇੰਡੋਰੈਂਸ, ਮਤਲਬ ਤਾਕਤ ਸਹਿਣਸ਼ੀਲਤਾ। ਇਸ ਕਿਸਮ ਦੀ ਤਾਕਤ ਵਿੱਚ ਖਿਡਾਰੀ ਥਕਾਵਟ ਦੀ ਹਾਲਤ ਵਿੱਚ ਹੁੰਦਾ ਹੋਇਆ ਵੀ ਤਾਕਤ ਦੀ ਵਰਤੋਂ ਕਰਦਾ ਹੋਇਆ ਆਪਣੀ ਕਿਰਿਆ ਨੂੰ ਜਾਰੀ ਰੱਖਦਾ ਹੈ। ਮਤਲਬ ਚਾਹੇ ਉਹ ਥੱਕਿਆ ਹੋਇਆ ਵੀ ਹੈ, ਥਕਾਵਟ ਦੇ ਬਾਵਜੂਦ ਵੀ ਉਹ ਆਪਦੇ ਕੰਮ ਨੂੰ ਕਰਦਾ ਰਹਿੰਦਾ ਹੈ। ਇਹ ਸਟਰੈਂਥ ਇੰਡੋਰੈਂਸ ਜ਼ਿਆਦਾ ਕਾਹਦੇ ਵਿੱਚ ਹੁੰਦੀ ਹੈ? ਲੰਮੇ ਸਮੇਂ ਤੱਕ ਚੱਲਣ ਵਾਲੀਆਂ ਕਿਰਿਆਵਾਂ ਵਿੱਚ। ਕਿਰਿਆ ਦੇ ਅੰਤ ਤੱਕ ਤਾਕਤ ਸਹਿਣਸ਼ੀਲਤਾ ਦੀ ਲੋੜ ਪੈਂਦੀ ਹੈ। ਕੁਝ ਖੇਡ ਕਿਰਿਆਵਾਂ ਜਿਵੇਂ ਸਵੀਮਿੰਗ, ਸਾਈਕਲਿੰਗ, ਲੌਂਗ ਡਿਸਟੈਂਸ ਰੇਸਿਸ ਆਦਿ ਵਿੱਚ ਜਿਹੜੇ ਖਿਡਾਰੀ ਹੈ ਇਹ ਥਕਾਵਟ ਹੋਣ ਦੇ ਬਾਅਦ ਵੀ ਲਗਾਤਾਰ ਤਾਕਤ ਲਾਉਂਦੇ ਆ ਅਤੇ ਆਪਣੀ ਕਿਰਿਆ ਨੂੰ ਪੂਰਾ ਕਰਦੇ ਆ। ਸੈਕਿੰਡ ਹੈ ਮੈਕਸੀਮਮ ਸਟਰੈਂਥ, ਵੱਧ ਤੋਂ ਵੱਧ ਤਾਕਤ, ਜਿਹਦੇ ਵਿੱਚ ਆਪਾਂ ਵੱਧ ਤੋਂ ਵੱਧ ਤਾਕਤ ਆਪਣੀ ਲਾਉਣੇ ਆ, ਮੈਕਸੀਮਮ ਸਟਰੈਂਥ। ਇਸ ਕਿਸਮ ਦੀ ਤਾਕਤ ਵਿੱਚ ਸਰੀਰਕ ਮਾਸਪੇਸ਼ੀਆਂ ਜਿਹੜੀਆਂ ਸਾਡੀਆਂ ਬਾਡੀ ਦੇ ਮਸਲਸ ਨੇ ਉਹ ਪੂਰੀ ਤਾਕਤ ਨਾਲ ਕਿਸੇ ਭਾਰੇ ਪ੍ਰਤੀਰੋਧ ਦੇ ਵਿਰੁੱਧ ਕੰਮ ਕਰਦੀਆਂ ਹਨ। ਜਿਹੜੀਆਂ ਮਾਸਪੇਸ਼ੀਆਂ ਨੇ ਉਹ ਕਿਸੇ ਭਾਰੇ ਪ੍ਰਤੀਰੋਧ ਦੇ ਵਿਰੁੱਧ ਵਿੱਚ ਕੰਮ ਕਰਦੀਆਂ ਹਨ। ਇਸ ਤਾਕਤ ਨਾਲ ਇਹ ਪਤਾ ਲੱਗ ਸਕਦਾ ਹੈ ਕਿ ਸਾਡੇ ਸਰੀਰ ਵਿੱਚ ਵੱਧ ਤੋਂ ਵੱਧ ਕਿੰਨੀ ਤਾਕਤ ਹੈ। ਜਿਹੜੀਆਂ ਖੇਡਾਂ ਥੋੜ੍ਹੇ ਸਮੇਂ ਵਿੱਚ ਪੂਰੀ ਤਾਕਤ ਨਾਲ ਕਰਨੀਆਂ ਪੈਂਦੀਆਂ ਹਨ ਉਹਨਾਂ ਵਿੱਚ ਇਸ ਕਿਸਮ ਦੀ ਤਾਕਤ ਦੀ ਲੋੜ ਪੈਂਦੀ ਹੈ। ਜਿਵੇਂ ਭਾਰ ਚੁੱਕਣਾ, ਇੱਕੋ ਦਮ ਅਸੀਂ ਜਿਹੜੀ ਜਰਕ ਮਾਰਦੇ ਹਾਂ। ਕੁਸ਼ਤੀ ਹੈ, ਸ਼ਾਟ ਪੁੱਟ ਹੈ, ਸ਼ਾਟ ਪੁੱਟ ਦੇ ਵਿੱਚ ਇੱਕੋ ਦਮ ਹੀ ਹੈ ਜਿਹੜੀ ਸਟਰੈਂਥ ਮੈਕਸੀਮਮ ਲੱਗਦੀ ਹੈ। ਜਿਮਨਾਸਟਿਕ, ਇਹ ਜਿਹੜੀਆਂ ਕਿਰਿਆਵਾਂ ਇਹਨਾਂ ਦੇ ਵਿੱਚ ਮੈਕਸੀਮਮ ਸਟਰੈਂਥ ਦੀ ਵਰਤੋਂ ਹੁੰਦੀ ਹੈ। ਥਰਡ ਹੈ ਵਿਸਫੋਟਕ ਤਾਕਤ, ਐਕਸਪਲੋਸਿਵ ਸਟਰੈਂਥ। ਗਤੀ ਨਾਲ ਕਿਸੇ ਪ੍ਰਤੀਰੋਧ ਦੇ ਵਿਰੁੱਧ ਕੰਮ ਕਰਨ ਨੂੰ ਵਿਸਫੋਟਕ ਤਾਕਤ ਕਿਹਾ ਜਾਂਦਾ ਹੈ। ਇਸ ਕਿਸਮ ਵਿੱਚ ਖਿਡਾਰੀ ਹਲਕੇ ਪ੍ਰਤੀਰੋਧ ਦੇ ਵਿਰੁੱਧ ਤੇਜ਼ ਗਤੀ ਨਾਲ ਤਾਕਤ ਦੀ ਵਰਤੋਂ ਕਰਦਾ ਹੈ। ਜਿਵੇਂ ਕੋਈ ਜੰਪਿੰਗ ਕਿਰਿਆਵਾਂ ਕਰਨੀ ਹੈ, ਕ੍ਰਿਕਟ ਦੇ ਵਿੱਚ ਸ਼ਾਟ ਮਾਰਨਾ ਜਾਂ ਵਾਲੀਬਾਲ ਦੇ ਵਿੱਚ ਸਮੈਸ਼ ਮਾਰਨਾ, ਇਹਦੇ ਵਿੱਚ ਐਕਸਪਲੋਸਿਵ ਸਟਰੈਂਥ ਦੀ ਜਿਹੜੀ ਵਰਤੋਂ ਹੁੰਦੀ ਹੈ। ਸੈਕਿੰਡ ਜਿਹੜਾ ਕੰਪੋਨੈਂਟਸ ਹੈ, ਫਸਟ ਆਪਾਂ ਕੀਤਾ ਸਟਰੈਂਥ। ਸੈਕਿੰਡ ਕੰਪੋਨੈਂਟ ਹੈ ਜਿਹੜਾ ਫਿਟਨੈਸ ਦਾ ਉਹ ਹੈ ਸਪੀਡ। ਸਪੀਡ ਵੀ ਅੱਗੋਂ ਕਿੰਨੇ ਪ੍ਰਕਾਰ ਦੀ ਹੁੰਦੀ ਹੈ? 5 ਪ੍ਰਕਾਰ ਦੀ। ਗਤੀ ਤੋਂ ਭਾਵ ਘੱਟ ਤੋਂ ਘੱਟ ਸਮੇਂ ਵਿੱਚ ਤੇਜ਼ੀ ਨਾਲ ਕਿਸੇ ਕਿਰਿਆ ਨੂੰ ਪੂਰਾ ਕਰਨਾ ਹੈ। ਖੇਡਾਂ ਦੇ ਖੇਤਰ ਵਿੱਚ ਅਸੀਂ ਗਤੀ ਨੂੰ ਕਿਸੇ ਤੈਅ ਕੀਤੀ ਦੂਰੀ ਨਾਲ ਨਹੀਂ ਜੋੜ ਸਕਦੇ, ਸਗੋਂ ਖੇਡਾਂ ਵਿੱਚ ਗਤੀ ਦਾ ਅਰਥ ਕਿਸੇ ਕਿਰਿਆ ਨੂੰ ਛੇਤੀ ਪੂਰਾ ਕਰਨ ਤੋਂ ਹੈ। ਗਤੀ ਦਾ ਸੰਬੰਧ ਮਨੁੱਖ ਦੇ ਕੇਂਦਰੀ ਨਾੜੀ ਤੰਤਰ ਨਾਲ ਹੁੰਦਾ ਹੈ। ਗਤੀ ਨੂੰ ਵਿਅਕਤੀ ਦੇ ਜਮਾਂਦਰੂ ਗੁਣ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਸਿਖਲਾਈ ਦੁਆਰਾ ਖੇਡਾਂ ਵਿੱਚ ਇਸ ਦੀ
ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਸਪੋਰਟਸ ਦੇ ਵਿੱਚ ਇੱਕ ਕਹਾਵਤ ਵੀ ਹੈ ਕਿ ਜਿਹੜੇ ਸਪ੍ਰਿੰਟਰ ਆ ਉਹ ਪੈਦਾ ਹੁੰਦੇ ਹਨ, ਬਣਾਏ ਨਹੀਂ ਜਾਂਦੇ। ਸਪੀਡ ਹੈ ਜਿਹੜੀ ਉਹ 5 ਪ੍ਰਕਾਰ ਦੀ ਹੈ। ਫਸਟ ਹੈ ਗਤੀ ਯੋਗਤਾ, ਮਤਲਬ ਐਕਸੀਲੇਸ਼ਨ ਐਬਿਲਿਟੀ। ਐਕਸੀਲੇਸ਼ਨ ਐਬਿਲਿਟੀ ਵਿੱਚ ਕੀ ਹੈ ਕਿ ਗਤੀ ਯੋਗਤਾ ਦਾ ਅਰਥ ਕੰਮ ਨੂੰ ਸ਼ੁਰੂ ਕਰਨ ਤੋਂ ਬਾਅਦ ਖਿਡਾਰੀ ਕਿੰਨੀ ਛੇਤੀ ਆਪਣੀ ਪੂਰੀ ਰਫ਼ਤਾਰ ਵਿੱਚ ਆ ਜਾਂਦਾ ਹੈ। ਗਤੀ ਯੋਗਤਾ ਨੂੰ ਵਧੀਆ ਬਣਾਉਣ ਲਈ ਖਿਡਾਰੀ ਦੀ ਵਿਸਫੋਟਕ ਤਾਕਤ ਅਤੇ ਉਸ ਦੀ ਤਕਨੀਕ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਖਿਡਾਰੀ ਜਿੰਨੀ ਛੇਤੀ ਆਪਣੀ ਪੂਰੀ ਰਫ਼ਤਾਰ ਵਿੱਚ ਪਹੁੰਚ ਜਾਵੇਗਾ, ਉਸ ਦੇ ਵਿਰੋਧੀ ਖਿਡਾਰੀ ਨਾਲੋਂ ਅੱਗੇ ਨਿਕਲਣ ਦੇ ਮੌਕੇ ਵੱਧ ਹੋਣਗੇ। ਸੈਕਿੰਡ ਹੈ ਸਪੀਡ ਦਾ ਪਾਰਟ, ਸਪੀਡ ਇੰਡੋਰੈਂਸ, ਮਤਲਬ ਗਤੀ ਸਹਿਣਸ਼ੀਲਤਾ। ਕਿਸੇ ਕਿਰਿਆ ਦੇ ਅੰਤਮ ਪੜਾਅ ਵਿੱਚ ਇਸ ਗਤੀ ਦੇ ਬਲ ਨਾਲ ਖਿਡਾਰੀ ਜਿੱਤ ਪ੍ਰਾਪਤ ਕਰ ਸਕਦਾ ਹੈ। ਗਤੀ ਸਹਿਣਸ਼ੀਲਤਾ ਤੋਂ ਭਾਵ ਹੈ ਥਕਾਵਟ ਦੇ ਬਾਵਜੂਦ ਵੀ ਤੇਜ਼ ਗਤੀ ਦੇ ਨਾਲ ਕੰਮ ਨੂੰ ਪੂਰਾ ਕਰਨਾ। ਦੌੜ ਜਾਂ ਖੇਡ ਦੇ ਅੰਤਮ ਸਮੇਂ ਵਿੱਚ ਉਸ ਖਿਡਾਰੀ ਜਾਂ ਟੀਮ ਦੇ ਜਿੱਤਣ ਦੇ ਮੌਕੇ ਵੱਧ ਹੋਣਗੇ ਜਿਸ ਟੀਮ ਦੇ ਖਿਡਾਰੀ ਥਕਾਵਟ ਹੋਣ ਦੇ ਬਾਵਜੂਦ ਵੀ ਗਤੀ ਨਾਲ ਖੇਡ ਸਕਦੇ ਹਨ। ਸੈਕਿੰਡ ਹੈ ਮੂਵਮੈਂਟ ਸਪੀਡ, ਸੰਚਾਲਨ ਵੇਗ। ਸੰਚਾਲਨ ਵੇਗ ਤੋਂ ਭਾਵ ਹੈ ਘੱਟ ਤੋਂ ਘੱਟ ਸਮੇਂ ਵਿੱਚ ਕਿਸੇ ਇੱਕ ਕਿਰਿਆ ਨੂੰ ਪੂਰਾ ਕਰ ਲੈਣਾ ਜਾਂ ਕਿਸੇ ਅੜਚਨ ਨੂੰ ਪੂਰਾ ਕਰ ਲੈਣਾ। ਦੌੜ ਸ਼ੁਰੂ ਹੋਣ ਸਮੇਂ ਸਟਾਰਟਰ ਦੁਆਰਾ ਕੀਤੇ ਗਏ ਫਾਇਰ ਤੋਂ ਬਾਅਦ ਐਥਲੀਟ ਕਿੰਨੀ ਛੇਤੀ ਆਪਣਾ ਜਿਹੜਾ ਬਲਾਕ ਛੱਡਦਾ ਹੈ। ਨੈਕਸਟ ਹੈ ਰਿਐਕਸ਼ਨ ਟਾਈਮ। ਰਿਐਕਸ਼ਨ ਟਾਈਮ ਮਤਲਬ ਪ੍ਰਤੀਕਿਰਿਆ ਦਾ ਸਮਾਂ। ਸਭ ਤੋਂ ਪਹਿਲਾਂ ਕਿਸੇ ਵਿਅਕਤੀ ਜਾਂ ਖਿਡਾਰੀ ਦੀ ਗਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕਿਸੇ ਸੰਕੇਤ ਨੂੰ ਪ੍ਰਾਪਤ ਕਰਨ ਉਪਰੰਤ ਉਹ ਕਿੰਨੀ ਛੇਤੀ ਪ੍ਰਤੀਕਿਰਿਆ ਕਰਦਾ ਹੈ। ਕਿਸੇ ਕਿਰਿਆ ਵਿਰੁੱਧ ਪ੍ਰਤੀਕਿਰਿਆ ਜਿੰਨੀ ਤੇਜ਼ੀ ਨਾਲ ਹੋਵੇਗੀ, ਗਤੀ ਓਨੀ ਹੀ ਵਧੀਆ ਹੋਵੇਗੀ। ਐਗਜ਼ਾਮਪਲ ਹੈ ਇਹਦੀ, ਜਿਵੇਂ ਦੌੜ ਦੇ ਸਮੇਂ ਗਨ ਫਾਇਰ ਉੱਪਰ ਪ੍ਰਤੀਕਿਰਿਆ। ਜਦੋਂ ਅਸੀਂ ਸਟਾਰਟ ਲੈਂਦੇ ਹਾਂ ਅਤੇ ਫਾਇਰ ਕਰਦੇ ਹਾਂ, ਉਹ ਕਿੰਨੀ ਗਤੀ ਦੇ ਨਾਲ ਫਾਇਰਿੰਗ ਹੁੰਦੀ ਹੈ। ਅਗਲਾ ਹੈ ਲੋਕੋਮੋਟਰ ਐਬਿਲਿਟੀ। ਲੋਕੋਮੋਟਰ ਐਬਿਲਿਟੀ ਮਤਲਬ ਇੰਜਨ ਯੋਗਤਾ। ਐਥਲੀਟ ਵੱਲੋਂ ਪੂਰੀ ਰਫ਼ਤਾਰ ਫੜਨ ਤੋਂ ਬਾਅਦ ਉਹ ਕਿੰਨੇ ਸਮੇਂ ਤੱਕ ਉਸ ਰਫ਼ਤਾਰ ਨਾਲ ਦੌੜ ਸਕਦਾ ਹੈ। ਇਸ ਨੂੰ ਇੰਜਨ ਯੋਗਤਾ ਆਖਦੇ ਹਨ, ਲੋਕੋਮੋਟਰ ਐਬਿਲਿਟੀ ਕਹਿੰਦੇ ਆ। ਥੋੜ੍ਹੀ ਦੂਰੀ ਦੀਆਂ ਦੌੜਾਂ ਜਿਵੇਂ 100 ਮੀਟਰ 200 ਮੀਟਰ ਜਿਹੜੀ ਦੌੜ ਹੈ, ਇਸ ਯੋਗਤਾ ਦਾ ਬਹੁਤ ਅਹਿਮ ਰੋਲ ਹੁੰਦਾ ਹੈ। ਥਰਡ ਹੈ ਇੰਡੋਰੈਂਸ। ਫਿਜ਼ੀਕਲ ਫਿਟਨੈਸ ਦਾ ਥਰਡ ਕੰਪੋਨੈਂਟ ਹੈ ਇੰਡੋਰੈਂਸ। ਇੰਡੋਰੈਂਸ ਸਹਿਣਸ਼ੀਲਤਾ। ਥਕਾਵਟ ਦੀ ਹਾਲਤ ਵਿੱਚ ਕੰਮ ਨੂੰ ਲਗਾਤਾਰ ਜਾਰੀ ਰੱਖਣ ਦੀ ਯੋਗਤਾ ਨੂੰ ਸਹਿਣਸ਼ੀਲਤਾ ਕਿਹਾ ਜਾਂਦਾ ਹੈ। ਜਦੋਂ ਅਸੀਂ ਥੱਕੇ ਵੀ ਹੁੰਦੇ ਹਾਂ ਪਰ ਉਸ ਕੰਮ ਨੂੰ ਅਸੀਂ ਜਾਰੀ ਰੱਖਦੇ ਹਾਂ, ਕੰਮ ਕਰਦੇ ਰਹਿੰਦੇ ਹਾਂ। ਮੰਨ ਲਓ ਅਸੀਂ 1500 ਮੀਟਰ ਰੇਸ ਲਾ ਰਹੇ ਹਾਂ, ਦੌੜ ਰਹੇ ਹਾਂ ਟਰੈਕ ਦੇ ਉੱਪਰ, ਸਾਡਾ ਇੱਕ ਵਾਰ ਦਿਲ ਕਰਦਾ ਹੈ ਕਿ ਜਿਹੜੀ ਇਹ ਦੌੜ ਆ ਛੱਡ ਦਿੱਤੀ ਜਾਵੇ, ਪਰ ਜੇ ਅਸੀਂ ਉਸ ਨੂੰ ਦੌੜਦੇ ਹੀ ਰਹਿੰਦੇ ਹਾਂ ਐਂਡ ਤੱਕ ਫਿਨਿਸ਼ ਕਰਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਨੇ, ਇੰਡੋਰੈਂਸ। ਇੰਡੋਰੈਂਸ ਅੱਗੋਂ 3 ਪ੍ਰਕਾਰ ਦੀ ਹੈ, ਸ਼ਾਰਟ ਟਰਮ ਇੰਡੋਰੈਂਸ, ਮੀਡੀਅਮ ਟਰਮ ਇੰਡੋਰੈਂਸ ਅਤੇ ਲੌਂਗ ਟਰਮ ਇੰਡੋਰੈਂਸ। ਸ਼ਾਰਟ ਟਰਮ ਇੰਡੋਰੈਂਸ ਘੱਟ ਸਮੇਂ ਦੀ ਸਹਿਣਸ਼ੀਲਤਾ। ਇਹ ਉਹ ਸਾਰੀਆਂ ਕਿਰਿਆਵਾਂ ਜਿਨ੍ਹਾਂ ਦਾ ਸਮਾਂ 2 ਮਿੰਟ ਤੋਂ ਘੱਟ ਹੁੰਦਾ ਹੈ, ਵਿੱਚ ਘੱਟ ਸਮੇਂ ਦੀ ਸਹਿਣਸ਼ੀਲਤਾ ਦੀ ਲੋੜ ਪੈਂਦੀ ਹੈ। ਇਸ ਵਿੱਚ ਗਤੀ ਸਹਿਣਸ਼ੀਲਤਾ ਅਤੇ ਤਾਕਤ ਸਹਿਣਸ਼ੀਲਤਾ ਦੀ ਸਹਾਇਤਾ ਨਾਲ ਕਿਰਿਆ ਨੂੰ ਪੂਰਾ ਕੀਤਾ ਜਾਂਦਾ ਹੈ। ਇਹਦੇ ਵਿੱਚ ਕਿਹੜੀਆਂ ਦੌੜਾਂ ਆਉਣਗੀਆਂ, 100 ਮੀਟਰ 200 ਮੀਟਰ ਅਤੇ 400 ਮੀਟਰ। ਇਹ ਸ਼ਾਰਟ ਟਰਮ ਇੰਡੋਰੈਂਸ ਦੇ ਵਿੱਚ ਆਉਂਦੀਆਂ ਨੇ। ਸੈਕਿੰਡ ਹੈ ਮੀਡੀਅਮ ਟਰਮ ਇੰਡੋਰੈਂਸ, ਮੱਧਮ ਸਮੇਂ ਦੀ ਸਹਿਣਸ਼ੀਲਤਾ।
ਇਸ ਦੇ ਵਿੱਚ ਕਿਹੜੀਆਂ ਦੌੜਾਂ ਆਉਣਗੀਆਂ? 1500 ਮੀਟਰ, 3000 ਮੀਟਰ ਦੀਆਂ ਦੌੜਾਂ ਵਿੱਚ ਮੱਧ ਸਮੇਂ ਦੀ ਸਹਿਣਸ਼ੀਲਤਾ ਦੀ ਲੋੜ ਪੈਂਦੀ ਹੈ। ਇਹ ਉਹ ਕਿਰਿਆਵਾਂ ਹੈ ਜਿਨ੍ਹਾਂ ਦਾ ਸਮਾਂ ਲਗਭਗ 2 ਮਿੰਟ ਤੋਂ ਵੱਧ ਅਤੇ 11 ਮਿੰਟ ਤੋਂ ਘੱਟ ਹੁੰਦਾ ਹੈ। ਅਜਿਹੀਆਂ ਕਿਰਿਆਵਾਂ ਮੱਧ ਸਮੇਂ ਦੀਆਂ ਸਹਿਣਸ਼ੀਲਤਾ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ। ਨੈਕਸਟ ਹੈ ਲੌਂਗ ਟਰਮ ਇੰਡੋਰੈਂਸ, ਲੰਬੇ ਸਮੇਂ ਦੀਆਂ ਸਹਿਣਸ਼ੀਲਤਾ। ਇਸ ਵਿੱਚ ਉਹ ਸਾਰੀਆਂ ਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ 11 ਮਿੰਟ ਤੋਂ ਵੱਧ ਦਾ ਸਮਾਂ ਲੱਗਦਾ ਹੈ। ਸ਼ਾਰਟ ਟਰਮ ਇੰਡੋਰੈਂਸ ਦੇ ਵਿੱਚ 1 ਜਾਂ 2 ਮਿੰਟ ਦਾ ਟਾਈਮ ਲੱਗਦਾ ਹੈ। ਮੀਡੀਅਮ ਟਰਮ ਦੇ ਵਿੱਚ 1 ਤੋਂ 11 ਮਿੰਟ ਦਾ ਲੱਗਦਾ ਹੈ ਅਤੇ ਲੌਂਗ ਟਰਮ ਦੇ ਵਿੱਚ 11 ਮਿੰਟ ਤੋਂ ਵੱਧ ਸਮਾਂ ਲੱਗਦਾ ਹੈ। ਇਸ ਵਿੱਚ ਲੰਮੀ ਦੂਰੀ ਦੌੜ ਅਤੇ ਲੰਮੇ ਸਮੇਂ ਦੀਆਂ ਖੇਡਾਂ ਜਿਵੇਂ ਫੁੱਟਬਾਲ ਹੋ ਗਈ, ਹਾਕੀ ਹੋ ਗਈ ਆਦਿ ਸ਼ਾਮਿਲ ਹੁੰਦੀਆਂ ਨੇ ਜਿਨ੍ਹਾਂ ਦਾ ਸਮਾਂ ਜ਼ਿਆਦਾ ਹੁੰਦਾ ਹੈ। 4th ਪੁਆਇੰਟ ਹੈ ਸਾਡਾ ਕੋਆਰਡੀਨੇਟਿਵ ਐਬਿਲਿਟੀ, ਤਾਲਮੇਲ ਯੋਗਤਾ। ਤਾਲਮੇਲ ਦਾ ਸਰੀਰ ਦੀਆਂ ਮਾਸਪੇਸ਼ੀਆਂ ਦਾ ਦਿਮਾਗ ਦੇ ਨਾਲ ਸੰਬੰਧ ਹੈ। ਕਿਸੇ ਵੀ ਕੰਮ ਜਾਂ ਖੇਡ ਕਿਰਿਆ ਨੂੰ ਠੀਕ ਢੰਗ ਨਾਲ ਪੂਰਾ ਕਰਨ ਦੇ ਲਈ ਤਾਲਮੇਲ ਦੀ ਲੋੜ ਪੈਂਦੀ ਹੈ, ਕੋਆਰਡੀਨੇਸ਼ਨ ਦੀ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਤਾਲਮੇਲ ਸਰੀਰਕ ਯੋਗਤਾ ਦੇ ਸਾਰੇ ਤੱਤਾਂ ਨੂੰ ਗਤੀ, ਤਾਕਤ, ਸਹਿਣਸ਼ੀਲਤਾ ਅਤੇ ਲਚਕ ਦਾ ਸੁਮੇਲ ਹੈ। 5th ਪੁਆਇੰਟ ਹੈ ਸਾਡਾ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਮਤਲਬ ਲਚਕ। ਸਰੀਰ ਦੇ ਜੋੜਾਂ ਨੂੰ ਵੱਧ ਤੋਂ ਵੱਧ ਮੋੜਨ ਦੀ ਯੋਗਤਾ ਜਾਂ ਸਮਰੱਥਾ ਨੂੰ ਲਚਕ ਕਹਿੰਦੇ ਹਨ। ਲਚਕ ਖਿਡਾਰੀ ਦੀ ਕਿਰਿਆ ਨੂੰ ਪ੍ਰਭਾਵਪੂਰਨ ਬਣਾਉਂਦੀ ਹੈ ਅਤੇ ਖਿਡਾਰੀ ਨੂੰ ਸੱਟਾਂ ਚੋਟਾਂ ਤੋਂ ਬਚਾਉਂਦੀ ਹੈ। ਹਰ ਖੇਡ ਵਿੱਚ ਜਿਹੜਾ ਖਿਡਾਰੀ ਹੈ ਉਹਨੂੰ ਲਚਕ ਦੀ ਲੋੜ ਪੈਂਦੀ ਹੈ। ਜਿਮਨਾਸਟਿਕ 'ਚ ਬਹੁਤ ਲਚਕ ਦੀ ਲੋੜ ਹੈ। ਖੋ-ਖੋ ਦੇ ਵਿੱਚ, ਯੋਗ ਕਰਨ ਦੇ ਵਿੱਚ ਲਚਕ ਕਿੰਨੇ 2 ਪ੍ਰਕਾਰ ਦੀ ਹੈ, ਪੈਸਿਵ ਫਲੈਕਸੀਬਿਲਿਟੀ ਅਤੇ ਐਕਟਿਵ ਫਲੈਕਸੀਬਿਲਿਟੀ। ਪੈਸਿਵ ਫਲੈਕਸੀਬਿਲਿਟੀ ਮਤਲਬ ਸੁਸਤ ਲਚਕ। ਕਿਸੇ ਬਾਹਰੀ ਬਲ ਦੀ ਸਹਾਇਤਾ ਦੇ ਨਾਲ ਜੋੜਾਂ ਨੂੰ ਵੱਧ ਤੋਂ ਵੱਧ ਮੋੜ ਨੂੰ ਸੁਸਤ ਲਚਕ ਕਹਿੰਦੇ ਹਨ। ਜਦੋਂ ਅਸੀਂ ਕਿਸੇ ਬਾਹਰੀ ਚੀਜ਼ ਦੀ ਸਹਾਇਤਾ ਲੈਂਦੇ ਹਾਂ, ਇਸ ਵਿੱਚ ਕਿਸੇ ਸਾਥੀ ਦੀ ਮਦਦ ਦੇ ਨਾਲ ਜੋੜਾਂ ਉੱਪਰ ਆਪਣੀ ਯੋਗਤਾ ਤੋਂ ਜ਼ਿਆਦਾ ਦਬਾਅ ਪਾਇਆ ਜਾਂਦਾ। ਅਸੀਂ ਕਿਸੇ ਦੇ ਸਹਾਇਤਾ ਲੈ ਲੈਂਦੇ ਨਾਲ। ਸੁਸਤ ਲਚਕ ਹਮੇਸ਼ਾ ਚੁਸਤ ਲਚਕ ਤੋਂ ਵੱਧ ਹੁੰਦੀ ਹੈ। ਸੈਕਿੰਡ ਹੈ ਐਕਟਿਵ ਫਲੈਕਸੀਬਿਲਿਟੀ ਮਤਲਬ ਚੁਸਤ ਲਚਕ। ਕਿਸੇ ਬਾਹਰੀ ਬਲ ਦੀ ਸਹਾਇਤਾ ਤੋਂ ਬਿਨਾਂ, ਅਸੀਂ ਕਿਸੇ ਸਾਥੀ ਦੀ ਸਹਾਇਤਾ ਤੋਂ ਬਿਨਾਂ ਜਦੋਂ ਇਹ ਕਿਰਿਆ ਕਰਦੇ ਹਾਂ, ਕਿਸੇ ਬਾਹਰੀ ਬਲ ਦੀ ਸਹਾਇਤਾ ਤੋਂ ਬਿਨਾਂ ਅਸੀਂ ਆਪਣੇ ਸਰੀਰ ਨੂੰ, ਜੋੜਾਂ ਨੂੰ ਵੱਧ ਤੋਂ ਵੱਧ ਜਿੰਨਾ ਮੋੜ ਸਕਦੇ ਹਾਂ, ਇਸ ਨੂੰ ਚੁਸਤ ਲਚਕ ਕਿਹਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅੱਜ ਆਪਣਾ ਇਹ ਕੰਪੋਨੈਂਟਸ ਆ ਜਿਹੜੇ 5 ਕਰ ਲਏ ਨੇ। ਫਸਟ ਹੈ ਕੰਪੋਨੈਂਟਸ ਸਟਰੈਂਥ, ਸਪੀਡ, ਇੰਡੋਰੈਂਸ, ਕੋਆਰਡੀਨੇਸ਼ਨ ਜਾਂ ਕੋਆਰਡੀਨੇਟਿਵ ਐਬਿਲਿਟੀ ਅਤੇ ਫਲੈਕਸੀਬਿਲਿਟੀ। ਅੱਜ ਬੱਚੇ ਆਪਾਂ ਇੰਨਾ ਹੀ ਕੰਮ ਕਰਾਂਗੇ। ਕੱਲ੍ਹ ਦੇ ਲੈਕਚਰ ਦੇ ਵਿੱਚ ਜਿਹੜੀ ਫਿਜ਼ੀਕਲ ਫਿਟਨੈਸ ਦੀ ਇੰਪੋਰਟੈਂਸ ਆ ਉਹ ਕਰਾਂਗੇ। ਥੈਂਕਸ।